Hello everyone, this is Sakshi. I welcome you all on मेहनती बच्चे. I hope ਤੁਸੀਂ ਸਭ ਨੇ PSPCL ਦੇ ਲਈ ਤਿਆਰੀ ਕਰਨੀ ਸਟਾਰਟ ਕਰਤੀ ਹੋਊਗੀ. ਸੋ ਅੱਜ ਦਾ ਲੈਕਚਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ. ਤੁਸੀਂ ਦੇਖਿਆ ਹੀ ਹੋਊਗਾ ਜਿਹੜਾ PSPCL ਦਾ LDC ਦਾ ਪੇਪਰ ਪਿਛਲੇ ਸਾਲ ਆਇਆ ਸੀ ਉਹਦੇ ਵਿੱਚ ਕੰਪਿਊਟਰ ਕਾਫੀ ਟਫ ਆਇਆ. ਬਾਕੀ ਸਾਰੇ ਸੈਕਸ਼ਨਸ ਫਿਰ ਵੀ ਈਜ਼ੀ ਸੀ ਬਟ ਕੰਪਿਊਟਰ ਦਾ ਜਿਹੜਾ ਸੈਕਸ਼ਨ ਸੀ ਉਹ ਕਾਫੀ ਜ਼ਿਆਦਾ ਟਫ ਸੀ. ਓਕੇ, ਸੋ ਆਪਾਂ ਸਪੈਸ਼ਲ ਐਡਵਾਂਸ ਕੰਪਿਊਟਰ ਕਲਾਸਿਸ ਦਾ ਕੋਰਸ ਸਟਾਰਟ ਕਰਨ ਜਾ ਰਹੇ ਹਾਂ. ਇਹਦੇ ਵਿੱਚ ਜੋ ਵੀ ਇੰਪੋਰਟੈਂਟ ਟੌਪਿਕਸ ਜਿਨ੍ਹਾਂ ਵਿੱਚ ਕੁਐਸਚਨਸ ਆਏ ਹੋਏ ਸੀ ਪਿਛਲੇ ਸਾਲ ਉਹਨਾਂ ਨੂੰ ਡਿਸਕਸ ਕਰਾਂਗੇ. ਸੋ ਅੱਜ ਦਾ ਟੌਪਿਕ ਹੈ ਲੌਜਿਕ ਗੇਟਸ. ਉਹ ਸਭ ਸਟੂਡੈਂਟਸ ਜੋ ਫਸਟ ਟਾਈਮ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਮੈਂ ਇੰਪੋਰਟੈਂਟ ਚੀਜ਼ਾਂ ਬਾਰੇ ਦੱਸਣਾ ਚਾਹੁੰਦੀ ਹਾਂ. ਸਭ ਤੋਂ ਪਹਿਲੀ ਗੱਲ, ਚੈਨਲ ਦੇ ਉੱਪਰ PSPCL 2019 ਕੋਰਸ ਸਟਾਰਟ ਹੋ ਚੁੱਕਿਆ. ਉਹਦੇ ਵਿੱਚ ਤੁਹਾਨੂੰ ਡਿਫਰੈਂਟ ਸਬਜੈਕਟ ਦੀਆਂ ਵੀਡੀਓਜ਼ ਮਿਲ ਜਾਣਗੇ. ਇੱਕ ਪਲੇਲਿਸਟ ਬਣੀ ਹੋਈ ਹੈ, ਉਹਨਾਂ ਨੂੰ ਜ਼ਰੂਰ ਦੇਖੋ. ਇਸ ਤੋਂ ਇਲਾਵਾ ਚੈਨਲ ਦੇ ਉੱਪਰ ਤੁਹਾਨੂੰ ਕੰਪਿਊਟਰ ਫੰਡਾਮੈਂਟਲਸ ਕਰਕੇ ਇੱਕ ਪਲੇਲਿਸਟ ਮਿਲ ਜੂਗੀ. ਉਹਦੇ ਵਿੱਚ ਸਾਰੇ ਇੰਪੋਰਟੈਂਟ ਟੌਪਿਕਸ ਜਿਹੜੇ ਨੇ ਉਹ ਡਿਸਕਸ ਕੀਤੇ ਹੋਏ ਨੇ. ਰੀਸੈਂਟਲੀ ਜਿਹੜਾ ਮਾਰਕਫੈਟ ਦਾ ਐਗਜ਼ਾਮ ਹੋਇਆ ਸੀ ਕੰਪਿਊਟਰ ਦੇ ਸਾਰੇ ਕੁਐਸਚਨਸ ਜਾਂ ਟੈਸਟ ਸੀਰੀਜ਼ 'ਚੋਂ ਆਏ ਹੋਏ ਸੀ. ਓਕੇ, ਜਾਂ ਫਿਰ ਵੀਡੀਓਜ਼ 'ਚੋਂ ਆਏ ਹੋਏ ਸੀ. ਸੋ ਉਹਨਾਂ ਨੂੰ ਜ਼ਰੂਰ ਦੇਖਿਓ. ਅਤੇ ਥਰਡ ਇੰਪੋਰਟੈਂਟ ਗੱਲ ਹੈ, PSPCL LDC ਤੇ ਸਟੀਨੋਟਾਈਪਿਸਟ ਦੇ ਲਈ ਟੈਸਟ ਸੀਰੀਜ਼ ਲਾਂਚ ਹੋ ਚੁੱਕੀ ਹੈ. ਸੋ ਜਿਹੜੀ ਇਹ ਵੀਡੀਓ ਦੇ ਰਿਗਾਰਡਿੰਗ ਡਿਟੇਲਸ ਹੈ ਤੇ ਪਲੇਲਿਸਟ ਦੇ ਰਿਗਾਰਡਿੰਗ ਉਹ ਸਾਰੀਆਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੀਆਂ. ਸੋ ਜ਼ਰੂਰ ਦੇਖਿਓ ਉਹਨਾਂ ਨੂੰ ਤੇ ਐਂਡ ਸਕਰੀਨ 'ਤੇ ਵੀ ਮਿਲ ਜਾਣਗੀਆਂ. ਓਕੇ, ਸੋ ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ ਤੁਹਾਨੂੰ. ਦੇਖੋ, ਅੱਜ ਬੇਸਿਕਲੀ ਆਪਾਂ ਥਿਊਰੀ ਵਾਈਜ਼ ਡਿਸਕਸ ਕਰਾਂਗੇ ਲੌਜਿਕ ਗੇਟਸ ਕੀ ਹੁੰਦੇ ਆ. ਜਿਹੜੇ ਸਟੂਡੈਂਟਸ ਇੰਜੀਨੀਅਰਿੰਗ ਬੈਕਗਰਾਊਂਡ ਦੇ ਨੇ ਮੇ ਬੀ ਉਹਨਾਂ ਨੇ ਲੌਜਿਕ ਗੇਟਸ ਬਾਰੇ ਪੱਕਾ ਪੜ੍ਹਿਆ ਹੋਊਗਾ, ਬਾਕੀਆਂ ਨੂੰ ਇੰਨਾ ਨਹੀਂ ਪਤਾ ਹੁੰਦਾ. ਠੀਕ ਹੈ, ਤਾਂ ਡਰਨਾ ਨਹੀਂ ਹੈ. ਮੈਂ ਬਹੁਤ ਹੀ ਤੁਹਾਨੂੰ ਬੇਸਿਕ ਤਰੀਕੇ ਦੇ ਨਾਲ ਇਹ ਟੌਪਿਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ. ਅੱਜ ਆਪਾਂ ਜਸਟ ਟੌਪਿਕ ਨੂੰ ਸਮਝਾਂਗੇ ਤਾਂ ਕਿ ਇੱਕ ਨੰਬਰ, ਕਿਉਂਕਿ ਆਪਾਂ ਨੂੰ ਪਤਾ ਹੈ ਨਾ ਪੇਪਰ ਦੇ ਵਿੱਚ ਇੱਕ ਨੰਬਰ ਦੀ ਵੈਲਿਊ ਹੁੰਦੀ ਹੈ. ਓਕੇ, ਸੋ ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਟਫ ਟੌਪਿਕਸ ਉਹਨਾਂ ਨੂੰ ਵੀ ਕਵਰ ਕਰ ਸਕੀਏ. ਦੇਖੋ, ਡੈਫੀਨੇਸ਼ਨ ਇੰਨੀ ਇੰਪੋਰਟੈਂਟ ਨਹੀਂ ਹੈ. ਮੇਨ ਤੁਹਾਨੂੰ ਲੌਜਿਕ ਗੇਟ ਦੀ ਟਾਈਪਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ. ਆਪਣੇ ਕੋਲ ਦੋ ਟਾਈਪ ਦੇ ਲੌਜਿਕ ਗੇਟਸ ਬੋਲ ਸਕਦੇ ਹਾਂ. ਇੱਕ ਹੁੰਦੇ ਬੇਸਿਕ ਟਾਈਪ, ਇੱਕ ਹੁੰਦਾ ਯੂਨੀਵਰਸਲ ਗੇਟਸ. ਪੇਪਰ 'ਚ ਬਹੁਤ ਕੁਐਸਚਨ ਆਉਂਦਾ ਹੈ, ਆਪਸ਼ਨਸ ਦਿੱਤੇ ਹੁੰਦੇ ਵੀ ਇਹਨਾਂ ਵਿੱਚੋਂ ਕਿਹੜੇ ਗੇਟਸ ਹੈ ਜਿਹੜੇ ਉਹ ਯੂਨੀਵਰਸਲ ਗੇਟ ਹੈ. ਉਹਦੇ ਵਿੱਚ ਤੁਸੀਂ ਯਾਦ ਰੱਖਣਾ ਕਿਹੜੇ ਗੇਟ ਹੈ, ਨੈਂਡ ਔਰ ਨੌਰ. ਤੇ ਬੇਸਿਕ ਟਾਈਪ ਦੇ ਜਿਹੜੇ ਗੇਟਸ ਹੁੰਦੇ ਆ ਲੌਜਿਕ ਗੇਟਸ ਮਤਲਬ ਲੌਜਿਕ ਗੇਟਸ ਕਿਹੜੇ ਨੇ, ਐਂਡ ਔਰ ਨੋਟ. ਹੁਣ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਾਂਗੇ. ਬੇਸਿਕਲੀ ਲੌਜਿਕ ਗੇਟ ਦੇ ਵਿੱਚ ਕੀ ਹੁੰਦਾ ਹੈ, ਆਪਣੇ ਕੋਲ ਜਿਵੇਂ ਸਪੋਜ਼ ਕੋਈ ਵੀ ਗੇਟ ਹੈ ਐਂਡ ਹੈ, ਔਰ ਹੈ, ਨੌਰ ਹੈ. ਇਹਦੇ ਵਿੱਚ ਕੁਝ ਇਨਪੁਟਸ ਹੁੰਦੇ ਆ ਤੇ ਇੱਕ ਆਪਣੇ ਕੋਲ ਆਊਟਪੁੱਟ ਨਿਕਲਦੀ ਆ ਉਹ ਇਨਪੁਟ ਦੇ ਬੇਸਿਸ ਦੇ ਉੱਪਰ ਕਿ ਕਿਹੜਾ ਗੇਟ ਹੈ. ਠੀਕ ਹੈ, ਬੇਸਿਕਲੀ ਗੇਟ ਆਪਰੇਸ਼ਨ ਪਰਫਾਰਮ ਕਰਦਾ ਇਨਪੁਟਸ ਦੇ ਉੱਪਰ ਤੇ ਉਹਦੇ ਬੇਸਿਸ ਤੇ ਆਪਣੇ ਕੋਲ ਆਊਟਪੁੱਟ ਆਉਂਦੀ ਹੈ. ਸੋ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਦੇ ਹਾਂ. ਬਹੁਤ ਹੀ ਜ਼ਿਆਦਾ ਈਜ਼ੀ ਟੌਪਿਕ ਹੈ, ਕੁਝ ਜ਼ਿਆਦਾ ਮੁਸ਼ਕਿਲ ਨਹੀਂ ਹੈ. ਫ੍ਰੀ ਦੇ ਮਾਰਕਸ ਅਗਰ ਤੁਹਾਨੂੰ ਸਮਝ ਆ ਜਾਊਗਾ. ਓਕੇ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਂਡ ਗੇਟ ਦੀ. ਦੇਖੋ, ਅਗਰ ਆਪਾਂ ਇੰਗਲਿਸ਼ 'ਚ ਵੀ ਗੱਲ ਕਰੀਏ ਜਿਹੜਾ ਐਂਡ ਹੁੰਦਾ ਹੈ, ਐਂਡ ਕੀ ਕਰਦਾ ਹੈ, ਕਿਸੇ ਦੋ ਚੀਜ਼ਾਂ ਨੂੰ ਆਪਸ 'ਚ ਕਨੈਕਟ ਕਰਦਾ ਹੈ. ਓਕੇ, ਸੋ ਯਾਦ ਰੱਖਿਓ ਐਂਡ ਦੇ ਵਿੱਚ ਅਗਰ ਆਪਾਂ ਆਊਟਪੁੱਟ ਦੀ ਗੱਲ ਕਰੀਏ, ਐਂਡ ਦੇ ਵਿੱਚ ਆਊਟਪੁੱਟ ਆਪਾਂ A.B ਵੀ ਲਿਖ ਸਕਦੇ ਹਾਂ ਜਾਂ ਇਕੱਲਾ AB ਵੀ ਲਿਖ ਸਕਦੇ ਹਾਂ. ਮਤਲਬ ਇਹਦੇ ਵਿੱਚ ਆਪਾਂ ਨੇ ਦੋ ਇਨਪੁੱਟ ਕੀਤੇ A ਜਾਂ B. ਇੱਥੇ ਇਨਪੁੱਟ ਜ਼ਿਆਦਾ ਵੀ ਹੋ ਸਕਦੇ ਆ, 3 ਹੋ ਸਕਦੇ ਆ, 4 ਹੋ ਸਕਦੇ ਆ, ਬਟ ਜਿਹੜਾ ਆਊਟਪੁੱਟ ਹੈ ਉਹ ਸਿਰਫ ਇੱਕੋ ਹੀ ਰਹਿੰਦਾ ਹੁੰਦਾ ਲੌਜਿਕ ਗੇਟਸ ਦੇ ਵਿੱਚ. ਓਕੇ, ਹੁਣ ਆਪਾਂ ਥੋੜਾ ਜਿਹਾ ਬੇਸਿਕ ਡਿਸਕਸ ਕਰਦੇ ਹਾਂ. ਓਕੇ, ਕਿ ਐਂਡ, ਨੌਰ ਜਾਂ ਫਿਰ ਔਰ ਗੇਟ ਹੋ ਗਿਆ ਪਰਫਾਰਮ ਕਿਵੇਂ ਕਰਦੇ ਆ. ਦੇਖੋ, ਜਿਹੜੀ ਲੌਜਿਕ ਗੇਟ ਦੇ ਵਿੱਚ ਇਨਪੁੱਟ ਹੁੰਦੀ ਹੈ ਜਾਂ ਫਿਰ ਉਹ 0 ਜਾਂ 1 ਦੀ ਫਾਰਮ 'ਚ ਆਉਂਦੀ ਹੈ. ਇਹਨੂੰ ਕਈ ਵਾਰ ਔਨ ਜਾਂ ਔਫ ਦੀ ਕੰਡੀਸ਼ਨ ਵੀ ਲੈ ਲੈਂਦੇ ਆ, ਜਿਵੇਂ 0 ਨੂੰ ਕਹਤਾ ਔਫ ਹੈ, 1 ਨੂੰ ਕਹਤਾ ਔਨ ਹੈ. ਠੀਕ ਹੈ, ਹਾਈ ਵੋਲਟੇਜ ਲੋ ਵੋਲਟੇਜ ਦੀ ਫਾਰਮ 'ਚ ਵੀ ਲੈ ਲੈਂਦੇ ਆ, ਜਿਵੇਂ 0 ਲੋ ਵੋਲਟੇਜ, 1 ਹਾਈ ਵੋਲਟੇਜ. ਸੋ ਡਿਫਰੈਂਟ ਕਹਿਣ ਦੇ ਟਾਈਪਸ ਹੁੰਦੇ ਆ. ਓਕੇ, ਸੋ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ 0-1 ਦੀ ਫਾਰਮ ਦੇ ਵਿੱਚ ਕਰ ਰਹੇ ਹਾਂ. ਸਪੋਜ਼ ਕਰੋ ਹੁਣ ਆਪਣੇ ਕੋਲ ਦੋ ਇਹਦੇ ਵਿੱਚ ਇਨਪੁਟਸ ਆਪਾਂ ਕੀਤੇ, ਜਿਹੜੇ ਇਨਪੁਟ ਹੈ ਉਹ 0 ਤੇ 1 ਦੀ ਫਾਰਮ 'ਚ ਹੀ ਹੋ ਸਕਦੇ ਆ. ਓਕੇ, ਹੁਣ 0 ਤੇ 1 ਦੀ ਫਾਰਮ 'ਚ ਜਦੋਂ ਗਏ ਇਹਨਾਂ ਨੂੰ ਆਪਾਂ ਦੇਖਾਂਗੇ ਕੰਬੀਨੇਸ਼ਨ ਲਗਾ ਕੇ ਕਿ 0 ਤੇ 1 ਦੇ ਨਾਲ ਆਪਾਂ ਕੀ ਇਨਪੁਟ ਦੇ ਸਕਦੇ ਹਾਂ. ਜਾਂ ਤਾਂ ਇਹ ਹੋ ਸਕਦਾ ਕਿ ਦੋਨੋਂ ਜ਼ੀਰੋਜ਼ ਹੋਣ, ਦੋਨੋਂ ਇਨਪੁਟ 0 ਹੋਣ ਆਪਣੇ. ਠੀਕ ਹੈ, ਜਾਂ ਫਿਰ ਇਹ ਹੋ ਸਕਦਾ ਇੱਕ 0 ਹੋਵੇ ਜਿਵੇਂ A 0 ਹੈ B 1 ਹੋਵੇ. ਜਾਂ ਫਿਰ ਥਰਡ ਕੇਸ ਕੀ ਹੋ ਸਕਦਾ ਹੈ, A 1 ਲੈ ਲਿਆ B 0 ਲੈ ਲਿਆ. ਜਾਂ ਫਿਰ ਫੋਰਥ ਕੇਸ ਕਿਹੜਾ ਹੋਊਗਾ, ਦੋਨੋਂ 1-1 ਹੋਣ. ਓਕੇ, ਬੇਸਿਕਲੀ ਇਹਦੇ ਵਿੱਚ ਕੰਬੀਨੇਸ਼ਨ ਯੂਜ਼ ਕੀਤਾ ਹੋਇਆ ਕਿ ਆਪਣੇ ਕੋਲ ਦੋ ਨੇ ਉਹਨਾਂ ਨੂੰ ਕਿਵੇਂ ਆਪਾਂ ਅਰੇਂਜ ਕਰ ਸਕਦੇ ਹਾਂ. ਓਕੇ, ਸੋ ਹੁਣ ਦੇਖੋ ਜਿਹੜਾ ਆਪਣਾ ਐਂਡ ਗੇਟ ਹੁੰਦਾ ਹੈ, ਐਂਡ ਦਾ ਮਤਲਬ ਕੀ ਹੈ, ਐਂਡ ਦੇ ਵਿੱਚ ਬੇਸਿਕਲੀ ਮਲਟੀਪਲੀਕੇਸ਼ਨ ਹੁੰਦਾ ਹੈ, ਐਵੇਂ ਯਾਦ ਰੱਖਿਓ. ਠੀਕ ਹੈ, ਐਂਡ ਦੇ ਵਿੱਚ ਕੀ ਹੁੰਦਾ ਲੌਜਿਕ ਗੇਟ ਦੇ ਵਿੱਚ ਮਲਟੀਪਲੀਕੇਸ਼ਨ.
सो 0 ਨੂੰ ਜੇ ਤੁਸੀਂ 0 ਨਾਲ ਮਲਟੀਪਲਾਈ ਕਰੋਗੇ ਕੀ ਆਊਗਾ 0। ਸੋ ਆਊਟਪੁੱਟ ਕਿਆ ਹੈ 0। 0 ਨੂੰ 1 ਨਾਲ ਮਲਟੀਪਲਾਈ ਕੀਤਾ 0, 1 ਨੂੰ 0 ਨਾਲ ਕੀਤਾ 0, 1 ਨੂੰ 1 ਨਾਲ ਮਲਟੀਪਲਾਈ ਕੀਤਾ 1। ਤੁਸੀਂ ਇਸ 'ਚ ਇਹ ਯਾਦ ਰੱਖਣਾ ਹੈ ਕਿ ਐਂਡ ਲੌਜਿਕ ਗੇਟ ਦੇ ਵਿੱਚ ਆਪਾਂ ਮਲਟੀਪਲਾਈ ਕਰਦੇ ਹਾਂ ਤੇ ਇਹਦਾ ਆਊਟਪੁੱਟ 1 ਕਦੋਂ ਆਉਂਦਾ ਜਦੋਂ ਆਪਣੇ ਕੋਲ ਦੋਨੋਂ ਇਨਪੁੱਟ 1 1 ਹੋਣ। मतलब ए भी 1 है बी भी 1 है तो अपने को आउटपुट क्या होगा 1। ओके अगर एक भी 0 आ गई तो आउटपुट 0 आऊ, ये याद रखना है। उस तो बाद नैक्सट लॉजिक गेट की गल करते हैं वो हैगा और नू याद रखो तुसी एडिशन दे नाल। ओके बेसिकली जिहड़ा और दा आउटपुट है इस फॉर्म दे विच लिखिया आंदा ए प्लस बी। ओके इहदे विच भी जिवें ये वाला गेट तुहानूं दिख रहा है आप दो इनपुट्स लिते हुए हैं तो एक आउटपुट मिलता अपने को। ओके हुण इहदे विच भी आप 0 ते 1 नूं 4 तरीके दे नाल अरेंज कर सकते हैं। ਇਹਦੇ ਵਿੱਚ मैं की दसिया एडिशन करनी है। सो 0 ਨੂੰ 0 ਦੇ ਵਿੱਚ प्लस किता ਕੀ ਹੋਊਗਾ 0, 0 + 1 ਕੀ ਹੁੰਦਾ 1, 1 + 0 1, 1 + 1 ਹੁਣ 1 + 1 ਵੈਸੇ 2 ਹੁੰਦਾ बट अपने को ਜਿਹੜਾ इनपुट ਤੇ आउटपुट ਉਹ ਦੋਨੋਂ 0 ਜਾਂ 1 ਦੀ ਫਾਰਮ 'ਚ ਹੀ ਰਹਿਣਗੇ लॉजिक गेट्स ਦੇ ਵਿੱਚ। सो 1 + 1 ਆਪਾਂ ਕੀ ਲਵਾਂਗੇ ਇਹਦੇ ਵਿੱਚ 1। ओके बस इन्ना ध्यान रखियो। उस तो बाद हुण इस तुसी की याद रखना है कि ये जिहड़ा और गेट है उस 0 उदों ही आऊगा अगर दोनों अपने कोल इनपुट की ने 0। एंड दे विच की पढ़िया सीगा कि जिहड़ा आउटपुट है 1 कदों आऊगा अगर दोनों अपने कोल इनपुट 1 है। ओके उस तो बाद हुण थर्ड लॉजिक गेट अपने कोल है नॉट दा। इहदे विच एक इनपुट है एक आउटपुट है। ओके बेसिकली नॉट दा मतलब की हुंदा है नॉट गेट नूं इन्वर्टर भी बोलते हैं। मतलब इन्वर्टर क्यों बोलते हैं कि आप अगर इस कोई भी इनपुट पावांगे जिहड़ा इहदा आउटपुट आऊगा वो तो उल्ट आऊगा। यानी कि जो आपने इनपुट किया 0 तो आउटपुट की होया 1, जो आप इनपुट किया 1 तो आउटपुट क्या आया 0। मतलब कि उनका इन्वर्ट हो जाती है कोई भी चीज़। ठीक है आई होप थोड़ा ये समझ लग गए होंगे तीनों बेसिक गेट्स के बारे। सो हुण आपां यूनीवर्सल गेट्स नूं डिस्कस करते हैं। यूनीवर्सल गेट्स किहड़े हुंदे हैं? यूनीवर्सल गेट वो हुंदा यूनीवर्सल की है मतलब वो ऑलराउंडर है। ठीक है यूनीवर्सल गेट्स वो होंगे जोड़े तीनों बेसिक गेट्स का फंक्शन परफॉर्म कर सके। तो ऐसे दो गेट्स होंगे नैंड गेट और नॉर गेट। ओके याद रखियो पेपर च बहुत बार आता है कि इन्हां विचों किहड़ा यूनीवर्सल गेट है। हुण देखो जिहड़ा नॉट गेट किया सी उहदे विच एक गल रह गई सी। इहदे विच अगर तुसीं देखिया होवे एक ट्रायंगल है तो उहदे अगे आह एक छोटी जी सर्कल टाइप बनी हुई है। जिहड़ा ये है बेसिकली निशानी हुंदी है इनवर्जन दी। ठीक है सो जिथे भी आ जाए इहदा मतलब की हुंदा है कि जिहड़ा आउटपुट आऊगा वो इनपुट दा ओपोजिट आऊगा। बेसिकली जिहड़ा नैंड गेट है वो दो गेट्स नाल मिलके बनया हुआ है। किहड़े किहड़े ने नॉट और एंड। बेसिकली की किता जिहड़ा एंड गेट है उहदे अगे आपां ने नॉट गेट लगाता। ठीक है हुण तुसीं इत्थे देख रहे होंगे आ वाला एंड गेट है ए बी इनपुट किया तो आउटपुट क्या आया ए बी। फिर उस तो बाद ए बी नूं आपां नॉट दे विच जदों इनपुट किया तो आउटपुट क्या आया कॉम्पलीमेंट ऑफ ए बी। ओके सो हुण देखो ਇਹਦੇ ਵਿੱਚ बेसिकली की ਹੁੰਦਾ ਜਦੋਂ ਆਪਾਂ एंड गेट ਕੀਤਾ ਸੀ ਉਹਦੇ ਵਿੱਚ ਕੀ ਆਪਣੇ ਕੋਲ ਆਊਟਪੁੱਟ ਆਇਆ ਸੀ 0 0 ਤੇ 0 0 1 ਤੇ 0 1 0 ਤੇ 0 ਤੇ 1 1 ਤੇ 1। ਹੁਣ ਇਹਦੇ ਵਿੱਚ ਦੇਖੋ ਜਿਹੜਾ ਆਪਣਾ ਆਊਟਪੁੱਟ ਹੈ ਉਹ एंड गेट ਦਾ ਆਪੋਜ਼ਿਟ ਆਇਆ ਨਾ। मतलब ਜਦੋਂ 0 0 है 1 आया 0 1 ਤੇ 1 1 0 ਤੇ 1 ਤੇ 1 1 ਤੇ 0। मतलब ये ਆਪੋਜ਼ਿਟ ਹੋ ਗਿਆ एंड गेट ਦਾ। ओके आई होप ਤੁਹਾਨੂੰ समझ आ गया होगा। ਉਸ ਤੋਂ ਬਾਅਦ ਨੈਕਸਟ गेट ਨੂੰ डिस्कस करते हैं वो हैगा नॉर गेट। जिमें नैंड जिहड़ा सी नॉट प्लस एंड उमें नॉर गेट की हुंदा नॉट प्लस और। अगर तुसीं इहनूं देखोगे कुछ गेट जिहड़ा है नॉर गेट वो इस टाइप का लगदा है। बेसिकली इहदे विच आ वाला गेट किहड़ा है और गेट दे अगे आपां इनवर्टिड वाला गेट लगाता। इनवर्टिड वाला गेट किहड़ा हुंदा है नॉट गेट। ओके सो इनवर्जन करता जदों आपां ए ते बी नूं इनपुट किता और गेट दे विच। ठीक है उस तो बाद ए प्लस बी आउटपुट आया ए प्लस बी आउटपुट नूं जदों आपां नॉट गेट दे विच इनपुट किया तो अपने कोल की आया कॉम्पलीमेंट ऑफ ए प्लस बी। ओके सो हुण देखो जदों आपां ए ते बी नूं लैके और गेट दे विच रखिया सी तो अपने कोल आउटपुट क्या आए सी 0 0 ते क्या आया सी 0 0 1 ते 1 1 0 ते 1 ते 1 1 ते 1। ओके ਇਹਦੇ ਵਿੱਚ ਕੀ ਆਇਆ 0 0 ਤੇ 1 0 1 ਤੇ 0 1 0 ਤੇ 0 एंड 1 1 ਤੇ 0। ਇਹ ਯਾਦ ਰੱਖਣਾ ਹੈ बेसिकली और गेट ਦਾ ਆਪੋਜ਼ਿਟ ਹੈ ਇਹ।
ओके और तो बाद सो नैक्सट अपना गेट है ਜ਼ੋਰ गेट ਇਹਨੂੰ ਐਗਜ਼ੌਰ गेट भी बोलते हैं ओके बेसिकली ਜਿਹੜਾ ਇਹਦਾ ਸਿੰਬਲ ਹੈ ਔਰ गेट ਦੇ ਅੱਗੇ ਇੱਕ ਐਵੇਂ ਤੁਹਾਨੂੰ ਲਾਈਨ ਦਿਖੂਗੀ ਉਹਨੂੰ ਐਗਜ਼ੌਰ गेट ਬੋਲਦੇ ਆ ਓਕੇ ਜਿਹੜਾ ਇਹਦਾ ਆਊਟਪੁੱਟ ਹੈ ਉਹ ਕੀ ਹੁੰਦਾ ਹੈ ਏ ਬੀ ਕੰਪਲੀਮੈਂਟ ਪਲੱਸ ਏ ਕੰਪਲੀਮੈਂਟ ਬੀ ਇਹਨੂੰ ਇਸ ਫਾਰਮ ਦੇ ਵਿੱਚ ਵੀ ਲਿਖ ਸਕਦੇ ਆ ਦੇਖੋ ਇੰਨੀ ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈ ਬਸ ਇਹਨੂੰ ਐਵੇਂ ਯਾਦ ਰੱਖ ਲਿਓ ਓਕੇ ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਦੋ ਇਨਪੁਟ ਹੁੰਦੇ ਆ ਤੇ ਇੱਕ ਆਊਟਪੁੱਟ ਹੁੰਦਾ ਹੈ ਇਹਦੇ ਵਿੱਚ ਨਿਸ਼ਾਨੀ ਕੀ ਹੈ ਕਿ ਅਗਰ ਦੋਨੋਂ ਇਨਪੁਟ ਸੇਮ ਹੈ ਯਾਨੀ ਕਿ ਏ ਵੀ 0 ਹੈ ਤੇ ਬੀ ਵੀ 0 ਹੈ ਤਾਂ ਆਊਟਪੁੱਟ ਆਪਣੇ ਕੋਲ ਕੀ ਆਊਗਾ 0 ठीक है अगर ए भी 1 है तो बी भी 1 है तो भी आउटपुट क्या होगा 0 बट जदों ही ए तो बी का जोड़ा इनपुट है वो अलग अलग ने मतलब एक 1 है एक 0 है तो ये अपने को आउटपुट क्या आता होंगे 1 ठीक है ये निशानी है कि अगर दोनों इनपुट सेम है तो आउटपुट 0 आऊगा अगर दोनों इनपुट डिफरेंट है तो आउटपुट 1 आऊगा ओके ऐसे कुछ गेट्स का टॉपिक बेसिकली इन्ना की है आई थिंक हूँ जैसे मर्जी क्वेश्चन आ जान कि यह इनपुट है ठीक है बस तुसी इत्थे कॉम्बीनेशन बनाने हैं कि दो दे पेयर बना के कि किमें किमें आऊगा आप नैक्सट लैक्चर दे विच क्वेश्चनस भी उपर डिस्कस कर लाँगे अज आप इहदी थ्योरी डिस्कस की है इनू एक बार समझो कुछ नहीं हैगा बहुत ही ज़्यादा ईजी टॉपिक है ठीक है सो अज के लैक्चर दे विच इन्ना ही मिलता है नैक्सट लैक्चर दे विच अच्छे तरीके नाल अपनी तैयारी करते रहो थैंक यू सो मच।